दिन राती आराधो प्यारो, निमख न कीजै ढीला। संत सेवा कर भामनी लाइयै, त्याग मान हाठीला। मोहन प्राण मान रांगीला, बास रहो हियरे कै संगे। पेख मोहो मन लीला, रहाओ जिस सिमरत मन होत आनंदा। उतरै मनो जंगीला, मिलवे की महिमा बरन न साको। नानक परै परीला। वाहिगुरु जी का खालसा, वाहिगुरु जी की फतेह। धन धन गुरु अर्जुन देव सच्चे पातशाह किस तरह सानू कलयुगी जीवां नू जिन्हां दा सुभाव बन चुका है कि दात प्यारी विसरिया दा तारा, उस परमात्मा दियां दित्तियां होईयां दातां नाल ते असीं प्यार करदे हां, पर ਜਿਹੜਾ ਦਾਤਾਂ ਦੇਣ ਵਾਲਾ ਹੈ ਉਸ ਨੂੰ ਭੁੱਲ ਜਾਂਦੇ। ਇਸ ਤਰ੍ਹਾਂ ਭੁੱਲ ਭੁੱਲ ਕੇ ਅਸੀਂ ਫਿਰ ਦੁਖੀ ਹੁੰਦੇ, ਕਿਉਂਕਿ ਪਾਤਸ਼ਾਹ ਨੇ ਫਰਮਾਇਆ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਤੋ ਸਤਿਗੁਰੂ ਕਹਿੰਦੇ ਨੇ ਸਾਡੇ ਦੁੱਖਾਂ ਦਾ ਕਾਰਨ ਉਸ ਪਰਮਾਤਮਾ ਨੂੰ ਭੁੱਲ ਜਾਣਾ ਹੈ। ਇਸ ਵਾਸਤੇ ਗੁਰਦੇਵ ਸਾਨੂੰ ਰੋਜ਼ ਆਵਾਜ਼ ਮਾਰ ਕੇ ਕਹਿੰਦੇ ਹਨ, ਆਏ ਮਿਲ ਗੁਰਸਿੱਖ ਆਏ ਮਿਲ। ਤੂੰ ਮੇਰੇ ਗੁਰੂ ਕੇ ਪਿਆਰੇ, ਹਰ ਕੇ ਗੁਣ ਹਰ ਭਾਵੰਦੇ। ਸੇ ਗੁਰੂ ਤੇ ਪਾਏ। ਆਖਿਆ ਇਹ ਪਿਆਰਿਆ, ਰੋਜ਼ ਗੁਰੂ ਦੀ ਸੰਗਤ ਵਿੱਚ ਆਇਆ ਕਰ, ਰੋਜ਼ ਗੁਰੂ ਦੀ ਬਾਣੀ ਨੂੰ ਪੜ੍ਹਿਆ ਕਰ, ਸੁਣਿਆ ਕਰ, ਵਿਚਾਰਿਆ ਕਰ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਤੋ ਸਾਨੂੰ ਭੁੱਲਿਆਂ ਭਟਕਿਆਂ ਨੂੰ ਉਸ ਪਰਮਾਤਮਾ ਨਾਲ ਜੋੜਨ ਵਾਸਤੇ ਪਾਤਸ਼ਾਹ ਕਿਸ ਤਰ੍ਹਾਂ ਸਰਲ ਸੌਖੇ ਸ਼ਬਦਾਂ ਵਿੱਚ ਦੱਸਦੇ ਹਨ। ਮੋਹਨ ਪ੍ਰਾਨ ਮਾਨ ਰਾਂਗੀਲਾ, ਇਹ ਪਰਮਾਤਮਾ ਦੇ ਗੁਣ ਹਨ, ਇਹ ਉਹਦੀ ਸਿਫਤ ਵਡਿਆਈ ਹੈ। ਇਹ ਗੁਰੂ ਤੋਂ ਬਿਨਾਂ ਨਹੀਂ ਕੋਈ ਦੱਸ ਸਕਦਾ। ਇਸੇ ਲਈ ਮਹਾਰਾਜ ਨੇ ਫਰਮਾਇਆ, ਹਰ ਕੀਆਂ ਕਥਾ ਕਹਾਣੀਆਂ, ਗੁਰਮੀਤ ਸੁਣਾਈਆਂ। ਬਲਿਹਾਰੀ ਗੁਰ ਆਪਣੇ, ਗੁਰ ਕੋ ਬਲ ਜਾਈਆਂ। ਆਏ ਮਿਲ ਗੁਰਸਿੱਖ ਆਏ ਮਿਲ। ਤੂੰ ਮੇਰੇ ਗੁਰੂ ਕੇ ਪਿਆਰੇ, ਹਰ ਕੇ ਗੁਣ ਹਰ ਭਾਵੰਦੇ। ਸੇ ਗੁਰੂ ਤੇ ਪਾਏ। ਸਾਨੂੰ ਭੁੱਲ ਜਾਂਦਾ ਕਿ ਪਰਮਾਤਮਾ ਗੁਣੀ ਨਿਧਾਨ ਹੈ, ਉਹ ਗੁਣਾਂ ਦਾ ਖਜ਼ਾਨਾ ਹੈ। ਪਰ ਜੇ ਅਸੀਂ ਜਾਣਨਾ ਚਾਹੀਏ ਕਿ ਉਹਦੇ ਵਿੱਚ ਕੀ ਕੀ ਗੁਣ ਹਨ,
ਤਾਂ ਸਾਨੂੰ ਗੁਰਬਾਣੀ ਦੀ ਵਿਚਾਰ ਕਰਨੀ ਪਵੇਗੀ। ਇਸੇ ਲਈ ਮਹਾਰਾਜ ਨੇ ਫਰਮਾਇਆ ਹੈ, ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਲੋਗ ਜਾਣੈ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਜਿਉ ਕਾਂਸੀ ਉਪਦੇਸ਼ ਹੋਏ, ਮਾਨਸ ਸਮਰਤੀ ਬਾਰ। ਭਾਈ ਬਾਣੀ ਨੂੰ ਗੁਰੂ ਦੀ ਪਦਵੀ ਐਵੇਂ ਨਹੀਂ ਦਿੱਤੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆਓ ਬਾਣੀ ਦੀ ਵਿਚਾਰ ਕਰੀਏ। ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਕੈਸਾ ਹੈ। ਸਭ ਤੋਂ ਪਹਿਲਾਂ ਮੋਹਨ। ਮੋਹਨ ਦੇ ਅਖਰੀ ਅਰਥ ਸੁੰਦਰ ਵੀ ਹਨ, ਮਨ ਨੂੰ ਮੋਹ ਲੈਣਾ ਵੀ ਹਨ। ਹਮੇਸ਼ਾ ਕਿਸੇ ਵੀ ਚੀਜ਼ ਵਿੱਚ ਗੁਣ ਹੋਣ ਅਸੀਂ ਮੋਹੇ ਜਾਂਦੇ। ਪਰਮਾਤਮਾ ਦੇ ਗੁਣਾਂ ਨੂੰ ਦੇਖਣ ਦੀ ਲੋੜ ਹੈ, ਮਨ ਮੋਹਿਆ ਜਾਏ। ਪਹਿਲੀ ਗੱਲ, ਮੋਹਨ, ਪ੍ਰਾਨ, ਮਾਨ, ਰੰਗੀਲਾ, ਉਹ ਸਾਡੇ ਪ੍ਰਾਣਾਂ ਦਾ ਆਧਾਰ ਹੈ। ਉਹ ਸਾਡੀ ਜਿੰਦ ਦਾ ਆਸਰਾ ਹੈ। ਉਹ ਸਾਡੇ ਲਈ ਬੜਾ ਮਾਣ ਤਾਣ ਕਰਨ ਵਾਲਾ ਹੈ ਔਰ ਰੰਗੀਲਾ ਹੈ। ਬੜੇ ਕੌਤਕ ਕਰਨ ਵਾਲਾ ਹੈ। ਉਹਦੇ ਕੌਤਕ, ਉਹਦੀ ਲੀਲਾ ਨੂੰ ਅਸੀਂ ਜਾਣ ਨਹੀਂ ਸਕਦੇ। ਬਾਸ ਰਹੋ ਹੀਰੇ ਕੈ ਸੰਗੇ। ਆਖਿਆ ਫਿਰ ਕਮਾਲ ਦੀ ਗੱਲ ਹੈ, ਕੋਈ ਸਾਡੇ ਤੋਂ ਦੂਰ ਨਹੀਂ ਹੈਗਾ। ਕਈਆਂ ਨੇ ਉਹਨੂੰ ਦੂਰ ਸਮਝ ਲਿਆ, ਜੰਗਲਾਂ ਵਿੱਚ ਚਲੇ ਗਏ, ਘਰ ਛੱਡ ਦਿੱਤਾ, ਆਖਿਆ ਰੱਬ ਨੂੰ ਮਿਲਣਾ ਜਾ। ਪਰ ਆਖਿਆ ਨਹੀਂ ਸਮਝ ਆਈ ਗੁਰੂ ਕੀ ਬਾਣੀ ਵਿੱਚੋਂ। ਬਾਸ ਰਹੋ ਹੀਰੇ ਕੈ ਸੰਗੇ। ਉਹ ਪਰਮਾਤਮਾ ਤੇ ਮੇਰੇ ਹਿਰਦੇ ਦੇ ਨਾਲ ਵਸ ਰਿਹਾ। ਹੁਣ ਜੰਗਲ ਵਿੱਚ ਤੇ ਜਾਣ ਦੀ ਤਾਂ ਲੋੜ ਪਵੇਗੀ ਜੇ ਉਹ ਅੰਦਰ ਨਾ ਹੋਵੇ। ਬਾਣੀ ਵਿੱਚ ਲਿਖਿਆ, ਉਹਾਂ ਤਉ ਜਾਈਏ ਜੋ ਇਹਾਂ ਨਾ ਹੋਏ। ਉਹ ਪਰਮਾਤਮਾ ਤੇ ਸਾਰਿਆਂ ਦੇ ਵਿੱਚ ਵਿਆਪਕ। ਪਰਮਾਤਮਾ ਮੇਰੇ ਹਿਰਦੇ ਨਾਲ ਵਸ ਰਿਹਾ। ਤੇ ਸਾਧ ਸੰਗਤ, ਹਿਰਦੇ ਨਾਲੋਂ ਹੋਰ ਕਿਹੜੀ ਚੀਜ਼ ਨੇੜੇ ਹੈ? ਭਾਵ ਉਹ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ। ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਬਾਸ ਰਹੋ ਹੀਰੇ ਕੈ ਸੰਗੇ। ਉਹ ਪਰਮਾਤਮਾ ਜਿਹੜਾ ਮੋਹਨ ਸੁੰਦਰ ਹੈ, ਉਹ ਪਰਮਾਤਮਾ ਜੋ ਸਾਡੇ ਪ੍ਰਾਣਾਂ ਦਾ ਆਧਾਰ ਹੈ, ਉਹ ਪਰਮਾਤਮਾ ਜੋ ਸਾਡੇ ਲਈ ਬੜਾ ਮਾਣ ਕਰਨ ਯੋਗ ਹੈ, ਔਰ ਉਹ ਪਰਮਾਤਮਾ ਜਿਹੜਾ ਰੰਗੀਲਾ ਹੈ, ਕਈ ਕੌਤਕ ਕਰਨ ਵਾਲਾ। ਖਿਨ ਮੈਂ ਰਾਉ ਰੰਗ ਕੋ ਕਰਈ, ਰਾਉ ਰੰਗ ਕਰ ਡਾਰੇ। ਰੀਤੇ ਭਰੇ ਭਰੇ ਸਕਨਾਵੇ, ਯਹ ਤਾ ਕੋ ਵਿਵਹਾਰ। ਪਰ ਆਖਿਆ ਉਹ ਕਿਤੇ ਦੂਰ ਸਤਵੇਂ ਅਸਮਾਨ ਤੇ ਨਹੀਂ ਬੈਠਾ। ਬਾਸ ਰਹੋ ਹੀਰੇ ਕੈ ਸੰਗੇ। ਬਾਸ ਤੇ ਸੱਸੇ ਨੂੰ ਸਿਹਾਰੀ ਹੈ, ਵਸ ਰਿਹਾ ਹੈ, ਆਬਾਦ ਹੋ ਰਿਹਾ ਹੈ, ਮੌਜੂਦ ਹੈ। ਕਿੱਥੇ? ਹੀਰੇ ਕੈ ਸੰਗੇ, ਸਾਡੇ ਹਿਰਦੇ ਦੇ ਵਿੱਚ ਬੈਠਾ ਹੋਇਆ। ਪੇਖ ਮੋਇਓ ਮਨ ਲੀਲਾ। ਇਹਨੂੰ ਕਈ ਲੋਕ ਲੀਲਾ ਪੜ੍ਹਦੇ ਨੇ। ਲੀਲਾ ਕਈ ਇਲਾਕਿਆਂ ਵਿੱਚ ਨੀਲੇ ਰੰਗ ਨੂੰ ਲੀਲਾ ਰੰਗ ਕਿਹਾ ਜਾਂਦਾ।
ਇਹਦਾ ਉਚਾਰਨ ਕਰਨ ਵਾਸਤੇ ਲੱਲੇ ਨੂੰ ਭਾਰਾ ਕਰਨਾ ਲੀਲਾ। ਤੋ ਮਹਾਰਾਜ ਕਹਿੰਦੇ ਨੇ ਮੈਂ ਤੇ ਜਦੋਂ ਉਸ ਦੀ ਲੀਲਾ ਨੂੰ ਦੇਖਦਾ ਮੇਰਾ ਮਨ ਮੋਹਿਆ ਜਾਂਦਾ, ਔਰ ਮੈਂ ਹੈਰਾਨ ਹਾਂ ਕਿ ਮੇਰੇ ਨਾਲ ਹੁੰਦਾ ਹੋਇਆ ਨਜ਼ਰ ਕਿਉਂ ਨਹੀਂ ਆਉਂਦਾ। ਹੈ ਸਭ ਦੇ ਅੰਦਰ ਪਰ ਨਜ਼ਰ ਨਹੀਂ ਆ ਰਹੀ। ਫਿਰ ਕਮਾਲ ਦੀ ਗੱਲ ਹੈ ਕਿ ਸਾਡੇ ਤੋਂ ਦੂਰ ਨਹੀਂ ਹੈਗਾ। ਮਹਾਰਾਜ ਤੇ ਕਹਿੰਦੇ ਨੇ ਹੈ ਹਜ਼ੂਰ ਕਤ ਦੂਰ ਬਤਾਓ, ਧੁੰਦਰ ਬਾਂਧੋ ਸੁੰਦਰ ਪਾਵੋ। ਆਖਿਆ ਇਸ ਮਨ ਦੀ ਦਵੈਤ ਭਾਵਨਾ ਨੂੰ ਕਾਬੂ ਕਰੋ। ਬਸ ਜਿਸ ਦਿਨ ਕਿਸੇ ਨੇ ਆਪਣੀ ਦੁਬਿਧਾ ਨੂੰ ਮੁਕਾ ਲਿਆ, ਉਹਨੂੰ ਬਿਨਾਂ ਕਿਸੇ ਦੇਰੀ ਤੋਂ ਆਪਣੇ ਹਿਰਦੇ ਵਸਤੇ ਪਰਮਾਤਮਾ ਦੀ ਨਜ਼ਰ ਆ ਜਾਏ, ਉਹਦੀ ਹਸਤੀ ਦਾ ਪਤਾ ਲੱਗ ਜਾਏ, ਤੇ ਫਿਰ ਇਹ ਮਨ ਜਿਹੜਾ ਮੋਹਿਆ ਜਾਏਗਾ। ਪਰਮਾਤਮਾ ਦੇ ਗੁਣ ਹੀ ਐਸੇ ਨੇ, ਜੇ ਕੋਈ ਦੇਖ ਲਵੇ, ਜੇ ਕੋਈ ਸੁਣ ਲਵੇ, ਜੇ ਕੋਈ ਸਮਝ ਲਵੇ, ਉਹ ਮੋਹਿਆ ਜਾਂਦਾ। ਮੋਹਨ ਪ੍ਰਾਨ ਮਾਨ ਰੰਗੀਲਾ, ਬਾਸ ਰਹੋ ਹੀਰੇ ਕੈ ਸੰਗੇ, ਪੇਖ ਮੋਹਿਓ ਮਨ ਲੀਲਾ। ਪਰ ਅਸੀਂ ਉਹਦੀ ਲੀਲਾ ਨੂੰ ਦੇਖਦੇ ਨਹੀਂ, ਅਸੀਂ ਅੱਖਾਂ ਮੀਚ ਕੇ ਤੁਰੇ ਜਾਂਦੇ। ਸਾਡੀਆਂ ਅੱਖਾਂ ਤੇ ਮਾਇਆ ਦੀ ਚਰਬੀ ਚੜੀ ਹੋਈ ਹੈ, ਪੱਟੀ ਬੱਧੀ ਹੋਈ, ਇਸ ਲਈ ਸਾਨੂੰ ਉਸ ਦੀਆਂ ਲੀਲਾ ਨਜ਼ਰ ਨਹੀਂ ਆਉਂਦੀ। ਪਰ ਯਾਦ ਰੱਖੋ, ਜੇ ਅਸੀਂ ਦੇਖਣ ਲੱਗ ਪਏ ਫਿਰ ਉਸ ਦੀ ਲੀਲਾ ਵੇਖ ਕੇ ਮਨ ਮੋਹਿਆ ਜਾਏ। ਮੋਹਿਆ ਜਾਣ ਦਾ ਮਤਲਬ ਹੈ ਉਹਦੇ ਵੱਲ ਆਕਰਸ਼ਿਤ ਹੋ ਜਾਣਾ, ਉਹਦੇ ਵੱਲੋਂ ਖਿੱਚ ਪੈ ਜਾਣੀ। ਫਿਰ ਪਾਤਸ਼ਾਹ ਸ਼ਬਦ ਦੇ ਆਰੰਭ ਵਿੱਚ ਕਹਿੰਦੇ ਨੇ ਦਿਨ ਰਾਤੀ ਆਰਾਧੋ ਪਿਆਰੋ। ਹੇ ਗੁਰਮੁਖੋ, ਇਹੋ ਜਿਹੇ ਪਿਆਰੇ ਪਰਮਾਤਮਾ ਨੂੰ ਦਿਨ ਰਾਤੀ ਆਰਾਧੋ। ਦੇਖੋ ਗੁਰਬਾਣੀ ਦਾ ਨਿਯਮ ਹੈ, ਜਦੋਂ ਹਾਹੇ ਨੂੰ ਔਂਕੜ ਹੋਵੇਗਾ, ਇਹ ਸੈਕੰਡ ਪਰਸਨ ਹੈ, ਸਾਡੇ ਲਈ ਹੁਕਮ ਨਹੀਂ ਕਰਿਆ ਭਾਈ ਤੁਸੀਂ ਆਰਾਧਨਾ ਕਰੋ। ਤੇ ਜੇ ਕੋਈ ਪੁੱਛੇ ਮਹਾਰਾਜ ਕਿੰਨਾ ਸਿਮਰੀਏ, ਕਦੋਂ ਸਿਮਰੀਏ, ਨਿਮਖ ਨ ਕੀਜੈ ਢੀਲਾ। ਨਿਮਖ ਅੱਖ ਫਰਕਣ ਜਿੰਨੇ ਸਮੇਂ ਲਈ ਵੀ ਢਿੱਲ ਨਾ ਪਾਓ, ਕਿਉਂਕਿ ਆਮ ਤੌਰ 'ਤੇ ਸਾਡਾ ਸੁਭਾਅ ਬਣ ਜਾਂਦਾ, ਅਸੀਂ ਢਿੱਲੇ ਢਿੱਲੇ ਹੋ ਜਾਂਦੇ। ਹੋ ਜਾਏਗਾ ਜੀ, ਬਣ ਜਾਏਗਾ ਜੀ, ਕਰ ਦਿਆਂਗੇ, ਢਿੱਲਾਪਨ ਵਰਤਿਆ। ਇਹ ਮੇਰੀ ਤੁਹਾਡੀ ਸਾਰਿਆਂ ਦੀ ਆਦਤ ਹੈ। ਇਹ ਜਿਹੜਾ ਢਿੱਲਾਪਨ ਹੈ ਇਹ ਬੜਾ ਨੁਕਸਾਨ ਕਰਦਾ। ਬਾਣੀ 'ਚ ਲਿਖਿਆ ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਸਸਤ ਵਖਰ ਤੂੰ ਕਿੰਨੇ ਨਾਈ, ਪਾਪੀ ਬਾਧਾਰੇ ਨਾਇਆ। ਆਖਿਆ ਜਿਹੜੀ ਵਸਤੂ ਸਤ ਸੰਗਤ ਵਿੱਚ ਬਿਨਾਂ ਕੀਮਤ ਤੋਂ ਮਿਲਦੀ, ਔਰ ਜਿਸ ਨੂੰ ਲੈਣ ਵਾਸਤੇ ਅਸੀਂ ਮਨੁੱਖਾ ਜਨਮ ਵਿੱਚ ਆਏ ਹਾਂ, ਉਧਰ ਤੇ ਅਸੀਂ ਢਿੱਲੇ ਢਿੱਲੇ ਹਾਂ, ਸੁਸਤ ਹੈ। ਤੇ ਜਦੋਂ ਕੋਈ ਟੋਟੇ ਦੀ ਗੱਲ ਆਵੇ ਫਿਰ ਅਸੀਂ ਤਿਆਰ ਬਰ ਤਿਆਰ। ਮਹਾਰਾਜ ਕਹਿੰਦੇ ਨੇ ਪਿਆਰਿਓ ਮੇਰੀ ਸਲਾਹ ਮੰਨੋ, ਦਿਨ ਰਾਤੀ ਆਰਾਧੋ ਪਿਆਰੋ। ਹਰ ਵੇਲੇ ਉਹਨੂੰ ਯਾਦ ਰੱਖੋ। ਜਿਹੜੇ ਹੁਜਤਬਾਜ਼ ਨੇ ਨਾ, ਉਹਨਾਂ ਦੀ ਗੱਲ ਬਿਲਕੁਲ ਨਿਰਾਲੀ ਹੈ। ਉਹ ਤਾਂ ਕਹਿਣਗੇ ਜੀ ਫਿਰ ਰੋਟੀ ਨਾ ਖਾਇਆ ਕਰੀਏ, ਦੁਕਾਨ 'ਤੇ ਨਾ ਜਾਇਆ ਕਰੀਏ, ਨੌਕਰੀ ਨਾ ਕਰਿਆ ਕਰੀਏ। ਪਰ ਯਾਦ ਰੱਖੋ ਮਹਾਰਾਜ ਦਾ ਮਕਸਦ ਇਹ ਨਹੀਂ। ਮਹਾਰਾਜ ਦਾ ਮਕਸਦ ਹੈ ਕਿ ਉਸ ਨੂੰ ਦਿਨੇ ਰਾਤੀ ਯਾਦ ਕਰੋ, ਭਾਵ ਹਰ ਵੇਲੇ ਯਾਦ ਕਰੋ। ਮੈਂ ਹਮੇਸ਼ਾ ਬੇਨਤੀ ਕਰਦਾ, ਜਿਹੜੀ ਚੀਜ਼ ਕਿਸੇ ਨੂੰ ਪਿਆਰੀ ਲੱਗੇ ਉਹ ਫਿਰ ਕਦੇ ਭੁੱਲਦੀ ਹੈ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ। ਇਹ ਮਿਸਾਲਾਂ ਦੇ ਕੇ ਸਮਝਾਇਆ। ਜਿਵੇਂ ਮਾਂ ਪੁੱਤਰ ਨੂੰ ਖਵਾ ਕੇ ਬੜੀ ਪ੍ਰਸੰਨ, ਜਿਵੇਂ ਮੱਛੀ ਪਾਣੀ ਵਿੱਚ ਤਾਰੀਆਂ ਲਾ ਕੇ ਖੁਸ਼ ਹੁੰਦੀ, ਇਸੇ ਤਰ੍ਹਾਂ
ਇਸ ਕਾਰਜ ਨੂੰ ਕਰਨ ਵਾਸਤੇ ਕਦੇ ਟਾਲ ਮਟੋਲ ਨਾ ਕਰੋ। ਦਿਨ ਰਾਤੀ ਆਰਾਧੋ ਪਿਆਰੋ, ਆਰਾਧੋ ਦਾ ਮਤਲਬ ਆਰਾਧਨਾ ਕਰੋ। ਇਹ ਹੁਕਮੀ ਕਿਰਿਆ ਹੈ, ਆਰਡਰ ਹੈ। ਹੇ ਭਾਈ ਮੇਰੀ ਸਲਾਹ ਮੰਨੋ, ਉਸ ਪਰਮਾਤਮਾ ਨੂੰ ਦਿਨੇ ਰਾਤੀ ਯਾਦ ਕਰੋ। ਨਿਮਖ ਨ ਕੀਜੈ ਢੀਲਾ, ਇਸ ਕੰਮ ਦੇ ਕਰਨ ਵਿੱਚ ਨਿਮਖ ਅੱਖ ਫਰਕਣ ਸਮੇਂ ਦੀ ਦੇਰੀ ਨਾ ਕਰੋ। ਕਿਉਂ? ਇਸ ਜ਼ਿੰਦੜੀ ਦਾ ਕੀ ਪਰਿਭਾਸ਼ਾ, ਆਉਂਦੀ ਰੁੱਤੇ ਰਹੇ ਕਿ ਨਾ। ਕੀ ਪਤਾ ਹੈ ਜ਼ਿੰਦਗੀ ਕਦੋਂ ਕਿੱਥੇ ਬ੍ਰੇਕ ਲੱਗਦਾ। ਇਸ ਲਈ ਇਸ ਕੰਮ ਨੂੰ ਕਦੇ ਢਿੱਲ ਨਾ ਕਰੋ। ਪਰ ਸਾਡੀ ਜੋ ਹਾਲਤ ਹੈ ਉਹ ਸਾਨੂੰ ਪਤਾ ਹੈ। ਬੁਰੇ ਕਾਮ ਕੋ ਊਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਆਖਿਆ ਮਨੁੱਖੀ ਸੁਭਾਅ ਹੈ ਸਾ, ਹਰ ਵੇਲੇ ਆਲਸ ਦਲਿੱਦਰ ਦੀਆਂ ਗੱਲਾਂ ਕਰਦਾ। ਪਰ ਇੱਧਰ ਮਹਾਰਾਜ ਕੀ ਕਹਿ ਰਹੇ ਨੇ, ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨ ਕੀਜੈ ਢੀਲਾ। ਜਿਵੇਂ ਧੰਨ ਗੁਰੂ ਰਾਮਦਾਸ ਜੀ ਨੇ ਕਹਿਣਾ, ਹਰ ਜਪਦੇ ਹਾਂ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾ ਆਵੈ ਕੇ ਨਾ ਆਵੈ ਰਾਮ। ਨਿਮਖ ਨ ਕੀਜੈ ਢੀਲਾ, ਅੱਖ ਫਰਕਣ ਦੇ ਸਮੇਂ ਜਿੰਨੇ ਵੀ ਢਿੱਲ ਨਾ ਕਰੋ। ਹਰ ਵੇਲੇ ਉੱਠਦਿਆਂ ਬਹਿੰਦਿਆਂ ਉਸ ਨੂੰ ਯਾਦ ਕਰੋ। ਸੰਤ ਸੇਵਾ ਕਰ ਭਾਮਨੀ ਲਾਈਐ। ਕਈ ਕਹਿੰਦੇ ਜੀ ਸਾਨੂੰ ਰਸ ਨਹੀਂ ਆਉਂਦਾ, ਸਾਡਾ ਮਨ ਨਹੀਂ ਜੁੜਦਾ। ਮਹਾਰਾਜ ਕਹਿੰਦੇ ਦਾ ਤਰੀਕਾ ਇਹ ਹੈ ਕਿ ਸੰਤ ਸੇਵਾ ਕਰ ਭਾਮਨੀ ਲਾਈਐ। ਜਿਹੜੇ ਰੱਬ ਦੇ ਪਿਆਰੇ ਨੇ ਸੱਚੀ ਮੁੱਚੀ, ਉਹਨਾਂ ਦੀ ਸੇਵਾ ਕਰੀ। ਸੇਵਾ ਕਰਨ ਦੇ ਨਾਲ ਸਾਡੇ ਮਨ ਵਿੱਚ ਪ੍ਰੇਮਾ ਭਗਤੀ ਪੈਦਾ ਹੋਵੇਗੀ। ਇਸ ਵਾਸਤੇ ਇਸ ਕੰਮ ਲਈ ਢਿੱਲ ਨਾ ਕਰੋ। ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨ ਕੀਜੈ ਢੀਲਾ। ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਨ ਹਠੀਲਾ। ਆਖਿਆ ਗੁਰਮੁਖਾਂ ਦੀ ਸੰਗਤ ਕਰੋ। ਸੰਤ ਦੇ ਜੋ ਲੱਛਣ ਗੁਰੂ ਗ੍ਰੰਥ ਸਾਹਿਬ 'ਚ ਦੱਸੇ ਨੇ, ਜੇ ਸਾਨੂੰ ਕਦੇ ਉਹ ਯਾਦ ਹੋਣ, ਫਿਰ ਸਾਨੂੰ ਕੋਈ ਟਪਰਾ ਨਹੀਂ ਲਾ ਸਕਦਾ, ਫਿਰ ਸਾਨੂੰ ਕੋਈ ਧੋਖਾ ਨਹੀਂ ਦੇ ਸਕਦਾ। ਤੋ ਸੰਤ ਕੌਣ ਹਨ? ਬਾਣੀ ਵਿੱਚ ਬੜਾ ਸਪਸ਼ਟ ਲਿਖਿਆ, ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ। ਧਨ ਸੇ ਨਾਨਕਾ, ਪੂਰਨ ਸੋਈ ਸੰਤ। ਇਹੋ ਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਜਾਵਾਂਗੇ ਔਰ ਭਾਮਨੀ ਲਾਵਾਂਗੇ। ਫਿਰ ਇਸ ਭਾਮਨੀ ਲਾਉਣ ਦੇ ਕੰਮ ਵਿੱਚ ਇੱਕ ਹੋਰ ਗੱਲ ਧਿਆਨ ਰੱਖਣੀ, ਤਿਆਗ ਮਨ ਹਠੀਲਾ। ਤਿਆਗ ਦੇ ਗੱਗੇ ਨੂੰ ਸਿਆਰੀ ਹੈ, ਤਿਆਗ ਕੇ। ਇਹ ਜਿਹੜਾ ਅਸੀਂ ਮਾਨ ਅਹੰਕਾਰ ਕਰਦੇ, ਹਠੀਲਾ, ਬੜਾ ਹੱਠੀ ਸੁਭਾਅ ਵਾਲਾ, ਇਹਨੂੰ ਤਿਆਗਣਾ ਪਵੇਗਾ। ਇਹਨੂੰ ਆਪਣੇ ਗਲੋਂ ਲਾਉਣਾ ਪਵੇ। ਜੋ ਅਸੀਂ ਤਿਆਰ ਨਹੀਂ ਹੈਗੇ, ਖਿਮਾ ਕਰਨਾ। ਮਹਾਰਾਜ ਕਹਿੰਦੇ ਨੇ ਕੋਈ ਵੀ ਹਠ ਯੋਗ ਦਾ ਕੰਮ ਨਾ ਕਰੋ, ਪਿਆਰ ਨਾਲ ਕਰੋ। ਤੇ ਪਿਆਰ ਕਿੱਥੋਂ ਪੈਦਾ ਹੋਵੇਗਾ? ਸੰਤ ਸੇਵਨਾ ਕਰ ਭਾਮਨੀ ਲਾਈਐ। ਸੰਤ ਸੇਵਾ ਕਰ ਭਾਮਨੀ ਲਾਈਐ। ਗੁਰਮੁਖਾਂ ਦੀ ਸੰਗਤ ਕਰਕੇ, ਸੇਵਾ ਕਰਕੇ ਭਾਮਨੀ, ਪ੍ਰੇਮ ਪੈਦਾ ਕਰੀ। ਸੱਚਮੁੱਚ ਜਿਹੜੇ ਗੁਰਮੁਖ ਚੰਗੀ ਸੰਗਤ ਵਿੱਚ ਰਹਿੰਦੇ ਨੇ, ਚੰਗੇ ਪੁਰਸ਼ਾਂ ਦੀ ਸੰਗਤ ਕਰਦੇ ਨੇ, ਉਹਨਾਂ ਦੇ ਅੰਦਰ ਨਿਮਰਤਾ ਤੇ ਸਰਲਤਾ ਦੋ ਚੀਜ਼ਾਂ ਆ ਜਾਂਦੀਆਂ। ਉਹ ਕਦੇ ਵੀ ਮਾਨ ਨਹੀਂ ਕਰਦੇ, ਕਦੇ ਹਠੀ ਨਹੀਂ ਬਣਦੇ। ਤੋਂ ਪਹਿਲੇ ਪਦੇ ਵਿੱਚ ਮਹਾਰਾਜ ਨੇ ਪ੍ਰੇਰਨਾ ਕੀਤੀ ਹੈ ਕਿ ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨ ਕੀਜੈ ਢੀਲਾ। ਸੰਤ ਸੇਵਾ ਕਰ ਭਾਮਨੀ ਲਾਈਐ, ਤਿਆਗ ਮਾਨ ਹਠੀਲਾ।
मोहन प्राण मान रंगीला, पास रहो हीरे के संगे, पेख मोयो मन लीला रहाओ। जिस सिमरत मन होत आनंदा, उतरे मनो जंगीला। फिर उसते सिमਰਨ ਦੀਆਂ ਬਰਕਤਾਂ ਦੱਸ ਰਹੇ। ਜਿਸ ਪਰਮਾਤਮਾ ਦੇ ਸਿਮਰਨ ਕਰਨ ਦੇ ਨਾਲ ਮਨ ਵਿੱਚ ਆਨੰਦ ਆਵੇ, ਸੱਚਮੁੱਚ ਆਨੰਦ ਦੀ ਪ੍ਰਾਪਤੀ ਹੋਣੀ। ਕਿਵੇਂ ਹੋਣੀ? ਇਹ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਨੂੰ ਪੜ੍ਹ ਕੇ ਦੇਖੇ। ਜਿਨ੍ਹਾਂ ਨੇ ਪਰਮਾਤਮਾ ਨਾਲ ਪਿਆਰ ਕਰਨ ਦੀ ਜਾਚ ਸਿੱਖੀ, ਉਹਨਾਂ ਨੇ ਫਿਰ ਸੱਜੇ ਖੱਬੇ ਨਹੀਂ ਦੇਖਿਆ। ਉਹਨਾਂ ਨੇ ਤੇ ਹਰ ਵੇਲੇ ਪਰਮਾਤਮਾ ਦਾ ਸਿਮਰਨ ਕੀਤਾ, ਤੇ ਉਹ ਸਿਮਰਨ ਦੀ ਬਰਕਤ ਦੇ ਨਾਲ ਸਿਮਰਨ ਕਰਨ ਵਾਲਿਆਂ ਨੂੰ ਆਨੰਦ ਆ ਜਾਂਦਾ। ਪਰ ਸਿਮਰਨ ਜਿਹੜਾ ਭਾਵਨੀ ਕਰਕੇ ਕਰੇ, ਭਾਵਨੀ ਤੋਂ ਵਿਹੂਣ ਕੁਝ ਵੀ ਕਰਦੇ ਨੇ। ਤੋ ਮਹਾਰਾਜ ਕਹਿੰਦੇ ਨੇ ਉਸ ਪਰਮਾਤਮਾ ਦਾ ਸਿਮਰਨ इतना शक्तिशाली है, इतना फ्रूटफुल है, इतना बख्शिश का भंडार है। जिस सिमरत मन होत आनंदा, जिस चीज याद करदियां सार मन विच आनंद पैदा हो। इसलिए महाराज कहने नारायण नरपत नमस्कार है, ऐसे गुरु को बल बल जाइए, आप मुक्त मोहित तारे। जिस सिमरत मन होते आनंदा, उतरै मनो जंगीला। ये जंगीला शब्द ਜਿਹੜਾ ਜੰਗਾਲ ਤੋਂ ਬਣਿਆ, ਤੇ ਜਿਹੜਾ ਜੰਗਾਲ ਹੈ ਉਹ ਹੌਲੀ ਹੌਲੀ ਬੰਦੇ ਦੇ ਅੰਦਰ ਮੋਰੀਆਂ ਕਮਜ਼ੋਰੀਆਂ ਕਰ ਦਿੰਦਾ। ਪਰ ਪਰਮਾਤਮਾ ਦੇ ਸਿਮਰਨ ਕਰਨ ਦੀਆਂ ਬਰਕਤਾਂ ਹਨ। ਜਿਸ ਸਿਮਰਤ ਮਨ ਹੋਤੇ ਆਨੰਦਾ, ਉਤਰੈ ਮਨੋ ਜੰਗੀਲਾ। मिलबे की महिमा बरन न सको, नानक परै परीला। नानक जी फरमांदे ने उस परमात्मा के मिलाप की महिमा नहीं कही जा सकती। ज्यों ज्यों कोई परमात्मा के नाम का सिमरन करदा है, वो फिर उसका रूप बन जाता है, पर उस परमात्मा का कोई अंत नहीं पा सकता। वो बेअंत है, बेअंत है। तो साध संगत, इस पावन शब्द के अंदर गुरु अर्जन देव जी ने परमात्मा के गुण भी दसे, परमात्मा के सिमरन करन की प्राप्ति भी दसी, तरीका भी दसिया, ते ये भी दसिया जे सिमरन करोगे तो की होवेगा। वाहिगुरु जी का खालसा, वाहिगुरु जी की फतेह।